ਹੇ ਗਾਇਜ਼ ਟੈਕਨੋਲੋਜੀ ਕੈਸੇ ਜੀ ਕੇ ਤੋ ਗਾਇਜ਼ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਕੁਐਸਚਨਸ ਕਰਾਂਗੇ। ਆਉਣ ਵਾਲੇ ਜਿੰਨੇ ਵੀ ਪੰਜਾਬ ਦੇ ਐਗਜ਼ਾਮ ਹਨ ਸਾਰਿਆਂ ਦੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ। ਮੈਨੂੰ ਉਮੀਦ ਹੈ ਕਿ ਸਾਰੇ ਐਗਜ਼ਾਮ ਦੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੋਵੇਗੀ ਤੁਹਾਡੇ ਸਭ ਦੇ ਲਈ ਅਤੇ ਤੁਹਾਨੂੰ ਬਹੁਤ ਹੀ ਹੈਲਪਫੁਲ ਰਹੇਗੀ ਇਹ ਵੀਡੀਓ। ਤੇ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਦਾ ਬਟਨ ਵੀ ਦਬਾ ਦਵੋ ਤਾਂ ਕਿ ਆਉਣ ਵਾਲੇ ਜਿੰਨੇ ਵੀ ਅਪਕਮਿੰਗ ਨੋਟੀਫਿਕੇਸ਼ਨ ਇਸ ਚੈਨਲ ਉੱਪਰ ਅਪਲੋਡ ਹੋਣਗੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲ ਸਕੇ। ਠੀਕ ਹੈ ਤਾਂ ਗਾਇਜ਼ ਇਹ ਪਾਰਟ ਰਹੇਗਾ 1, ਪਾਰਟ ਸੈਕਿੰਡ ਜਲਦੀ ਅਪਲੋਡ ਹੋਵੇਗਾ। ਅਗਰ ਵੀਡੀਓ ਅੱਛੀ ਲੱਗੇਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ। ਅਗਰ ਵੀਡੀਓ ਦੇ ਵਿੱਚ ਕੋਈ ਕਮੀ ਤੁਹਾਨੂੰ ਦਿਖਾਈ ਦੇਵੇਗੀ ਤਾਂ ਕਮੀ ਵੀ ਜਰੂਰ ਦੱਸਿਆ ਕਰੋ ਕਿਉਂਕਿ ਉਸ ਨਾਲ ਕਾਫੀ ਜ਼ਿਆਦਾ ਸਮਝ ਆਉਂਦੀ ਹੈ ਕਿ ਕੀ ਵੀਡੀਓ ਦੇ ਵਿੱਚ ਕਮੀ ਰਹਿ ਗਈ ਹੈ। ਓਕੇ ਗਾਇਜ਼, ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ ਵਿਆਕਰਨ ਦੇ ਬਾਰੇ। ਵਿਆਕਰਨ ਕੀ ਹੈ? ਬਹੁਤ ਵਾਰ ਇਹ ਕੁਐਸਚਨ ਪੁੱਛਿਆ ਵੀ ਜਾ ਚੁੱਕਾ ਹੈ। ਤਾਂ ਗਾਇਜ਼ ਵਿਆਕਰਨ ਕੀ ਹੈ? ਬਿਲਕੁਲ ਅਸੀਂ ਬੇਸਿਕ ਤੋਂ ਸ਼ੁਰੂਆਤ ਕਰਨ ਵਾਲੇ ਹਾਂ। ਬਿਲਕੁਲ ਬੇਸਿਕ ਤੋਂ ਸ਼ੁਰੂਆਤ ਇਸ ਲਈ ਕਰਾਂਗੇ ਕਿਉਂਕਿ ਕਾਫੀ ਜ਼ਿਆਦਾ ਕੈਂਡੀਡੇਟਸ ਦੇ ਜੋ ਮਾਈਂਡ ਦੇ ਵਿੱਚ ਕਨਫਿਊਜ਼ਨ ਰਹਿ ਜਾਂਦੀ ਹੈ। ਅਗਰ ਅਸੀਂ ਵਿੱਚ ਵਿਚਾਲੇ ਤੋਂ ਸ਼ੁਰੂ ਕਰਾਂਗੇ ਤਾਂ ਬਹੁਤ ਹੀ ਪ੍ਰੋਬਲਮ ਹੋ ਸਕਦੀ ਹੈ। ਇਸ ਲਈ ਸ਼ੁਰੂ ਤੋਂ ਪਹਿਲਾ ਟੌਪਿਕ ਹੈ ਵਿਆਕਰਨ। ਵਿਆਕਰਨ ਕੀ ਹੈ? ਦੇਖੋ, ਕਿਸੇ ਵੀ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਦੀ ਨਿਯਮਾਂ ਦੀ ਵਰਤੋਂ ਲਈ ਜਿਹੜੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਵਿਆਕਰਨ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਅਸੀਂ ਕੋਈ ਭਾਸ਼ਾ ਸਿੱਖਣੀ ਹੈ ਜਾਂ ਅਸੀਂ ਪੰਜਾਬੀ ਭਾਸ਼ਾ ਨੂੰ ਸਿੱਖਣਾ ਚਾਹੁੰਦੇ ਹਾਂ ਤਾਂ ਇਸ ਨੂੰ ਸਿੱਖਣ ਦੇ ਲਈ ਸਾਨੂੰ ਵਿਆਕਰਨ ਪੜ੍ਹਨੀ ਪਵੇਗੀ। ਕਿਹੜੇ ਕਿਹੜੇ ਨਿਯਮ ਵਰਤੇ ਜਾਂਦੇ ਹਨ ਭਾਸ਼ਾ ਨੂੰ ਲਿਖਣ ਦੇ ਲਈ, ਭਾਸ਼ਾ ਨੂੰ ਲਿਖਣ ਦੇ ਲਈ ਕਿਹਨਾਂ ਨਿਯਮਾਂ ਦੀ ਵਰਤੋਂ ਹੁੰਦੀ ਹੈ, ਅਜਿਹੇ ਨਿਯਮਾਂ ਨੂੰ ਹੀ ਅਸੀਂ ਵਿਆਕਰਨ ਦਾ ਨਾਂ ਦਿੰਦੇ ਹਾਂ। ਠੀਕ ਹੈ, ਤਾਂ ਵਿਆਕਰਨ ਉਹ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਲੈਂਗੁਏਜ ਨੂੰ ਸਿੱਖ ਸਕਦੇ ਹਾਂ। ਵਿਆਕਰਨ ਬਹੁਤ ਹੀ ਜ਼ਰੂਰੀ ਹੈ ਕਿਸੇ ਵੀ ਲੈਂਗੁਏਜ ਨੂੰ ਸਿੱਖਣ ਦੇ ਲਈ। ਅਗਰ ਤੁਸੀਂ ਇੰਗਲਿਸ਼ ਲੈਂਗੁਏਜ, ਉਰਦੂ, ਪਰਸ਼ੀਅਨ ਕੋਈ ਵੀ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਹਾਨੂੰ ਵਿਆਕਰਨ ਦੀ ਜਾਣਕਾਰੀ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਦੇਖੋ, ਜਿਵੇਂ ਅਸੀਂ ਪੰਜਾਬੀ, ਸਾਡੇ ਜੋ ਪੁਰਾਣੇ ਬਜ਼ੁਰਗ ਹਨ ਜੋ ਪੜ੍ਹੇ ਲਿਖੇ ਨਹੀਂ ਹਨ, ਉਹਨਾਂ ਨੂੰ ਪੰਜਾਬੀ ਭਾਸ਼ਾ ਬੋਲਣੀ ਤਾਂ ਆਉਂਦੀ ਹੈ ਲੇਕਿਨ ਉਹ ਲਿਖ ਨਹੀਂ ਸਕਦੇ। ਲਿਖ ਇਸ ਕਰਕੇ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਵਿਆਕਰਨ ਦਾ ਬਿਲਕੁਲ ਵੀ ਗਿਆਨ ਨਹੀਂ ਹੈ। ਇਸ ਲਈ ਵਿਆਕਰਨ ਬਹੁਤ ਹੀ ਜ਼ਰੂਰੀ ਹੈ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਅਤੇ ਉਸ ਨੂੰ ਲਿਖਣ ਦੇ ਲਈ। ਠੀਕ ਹੈ, ਤਾਂ ਅੱਗੇ ਵਿਆਕਰਨ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਅਗਰ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਕਿ ਵਿਆਕਰਨ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਉਹ 4 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਉਹ ਕਿਹੜੇ ਕਿਹੜੇ ਹਨ? ਨੰਬਰ 1 ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਅਤੇ ਵਾਕ ਬੋਧ। ਅੱਗੇ ਅਸੀਂ ਚਾਰਾਂ ਨੂੰ ਐਕਸਪਲੇਨ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧੁਨੀ ਬੋਧ ਦੀ। ਭਾਸ਼ਾ ਦੀ ਸਭ ਤੋਂ ਛੋਟੀ ਜੋ ਇਕਾਈ ਹੁੰਦੀ ਹੈ ਉਹ ਹੁੰਦੀ ਹੈ ਧੁਨੀ ਬੋਧ। ਜਦੋਂ ਅਸੀਂ ਕਿਸੇ ਵੀ ਸ਼ਬਦ ਨੂੰ ਬੋਲਦੇ ਹਾਂ, ਮੂੰਹ ਦੇ ਵਿੱਚੋਂ, ਸਾਡੇ ਮੁੱਖ ਦੇ ਵਿੱਚੋਂ ਜੋ ਆਵਾਜ਼ ਨਿਕਲਦੀ ਹੈ ਉਸੇ ਆਵਾਜ਼ ਨੂੰ ਅਸੀਂ ਧੁਨੀ ਕਹਿ ਕੇ ਧੁਨੀ ਕਿਹਾ ਜਾਂਦਾ ਹੈ। ਠੀਕ ਹੈ, ਜਦੋਂ ਵੀ ਅਸੀਂ ਕਿਸੇ ਸ਼ਬਦ ਨੂੰ ਬੋਲਦੇ ਹਾਂ ਸਾਡੇ ਮੂੰਹ ਦੇ ਵਿੱਚੋਂ ਜੋ ਆਵਾਜ਼ਾਂ ਨਿਕਲਦੀਆਂ ਹਨ ਅਜਿਹੀਆਂ ਆਵਾਜ਼ਾਂ ਨੂੰ ਅਸੀਂ ਧੁਨੀ ਦੇ ਨਾਂ ਨਾਲ ਸੰਬੋਧਿਤ ਕਰਦੇ ਹਾਂ। ਤਾਂ ਇਹ ਹੈ ਧੁਨੀ ਬੋਧ। ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਪੰਜਾਬੀ ਦੀਆਂ ਧੁਨੀਆਂ ਹੁੰਦੀਆਂ ਹਨ। ਫੋਰ ਐਗਜ਼ਾਮਪਲ, ਜਿਵੇਂ ਮੈਂ ਹੁਣ ਬੋਲ ਰਿਹਾ, ਮੇਰੇ ਮੂੰਹ ਦੇ ਵਿੱਚੋਂ ਆਵਾਜ਼ਾਂ ਨਿਕਲ ਰਹੀਆਂ ਜੋ ਤੁਸੀਂ ਸੁਣ ਰਹੇ ਹੋ, ਇਹ ਇੱਕ ਧੁਨੀ ਹੈ। ਠੀਕ ਹੈ, ਧੁਨੀ ਕਿਸੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ। ਬਿਨਾਂ ਧੁਨੀ ਤੋਂ ਭਾਸ਼ਾ ਕੰਪਲੀਟ ਨਹੀਂ ਮੰਨੀ ਜਾਂਦੀ ਕਿਉਂਕਿ ਅਗਰ ਅਸੀਂ ਬੋਲਾਂਗੇ ਹੀ ਨਹੀਂ ਤਾਂ ਫਿਰ ਉਹ ਭਾਸ਼ਾ ਨਹੀਂ ਹੁੰਦੀ। ਉਸ ਤੋਂ ਬਾਅਦ ਨੰਬਰ 2 ਸ਼ਬਦ ਬੋਧ। ਸ਼ਬਦ ਬੋਧ ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਧੁਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ, ਧੁਨੀ ਜਦੋਂ ਅਸੀਂ ਮੂੰਹ ਦੇ ਵਿੱਚੋਂ ਬੋਲਦੇ ਹਾਂ ਜੋ ਆਵਾਜ਼ਾਂ ਨਿਕਲਦੀਆਂ ਹਨ ਉਹ ਧੁਨੀ ਹੁੰਦੀ ਹੈ। ਪਰ ਸ਼ਬਦ ਬੋਧ ਕੀ ਹੁੰਦਾ ਹੈ? ਜਦੋਂ ਜੋ ਅਸੀਂ ਬੋਲਦੇ ਹਾਂ ਉਸ ਨੂੰ ਅਸੀਂ ਲਿਖਦੇ ਹਾਂ, ਜਦੋਂ ਜੋ ਰੂਲ ਅਸੀਂ ਫੋਲੋ ਕਰਦੇ ਹਾਂ, ਜੋ ਚਿੰਨ੍ਹ ਅਸੀਂ ਫੋਲੋ ਕਰਦੇ ਹਾਂ ਉਹਨਾਂ ਦੇ ਸੁਮੇਲ ਨੂੰ ਕਿਹਾ ਜਾਂਦਾ ਹੈ ਸ਼ਬਦ। ਫੋਰ ਐਗਜ਼ਾਮਪਲ, ਧੁਨੀਆਂ ਦੀ ਗੱਲ ਕਰ ਲਓ। ਅਗਰ ਅਸੀਂ ਧੁਨੀਆਂ ਲਿਖਣਾ ਹੈ ਤਾਂ ਇਹ ਜੋ ਸ਼ਬਦ ਹਨ ਇਹਨਾਂ ਨੂੰ ਜੋੜ ਕੇ ਅਸੀਂ ਲਿਖਿਆ ਹੈ, ਇਹਨਾਂ ਨੂੰ ਅਸੀਂ ਸ਼ਬਦ ਬੋਧ ਦਾ ਨਾਂ ਦੇ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਅਰਥ ਬੋਧ ਕੀ ਹੁੰਦਾ ਹੈ। ਅਰਥ ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ। ਇਸ ਦੇ ਵਿੱਚ ਬਹੁ ਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਯਾਨੀ ਕਿ ਸ਼ਬਦਾਂ ਦੇ ਅਰਥ ਦੇ ਬਾਰੇ ਵੀ ਜਾਣਕਾਰੀ
ਹੋਣੀ ਚਾਹੀਦੀ ਹੈ। ਜਿਹੜੇ ਸ਼ਬਦ ਅਸੀਂ ਕੁਝ ਸ਼ਬਦ ਅਸੀਂ ਅਜਿਹੇ ਵੀ ਲਿਖਦੇ ਹਾਂ ਜਿਸ ਦੇ ਅਰਥ ਅਲੱਗ ਹੁੰਦੇ ਹਨ। ਅਜਿਹੇ ਸ਼ਬਦ ਅਰਥਾਂ ਦੀ ਵਰਤੋਂ ਕਰਕੇ ਅਸੀਂ ਪੂਰੇ ਸ਼ਬਦ ਨੂੰ ਲਿਖ ਸਕਦੇ ਹਾਂ ਅਤੇ ਉਸ ਦੇ ਨਾਲ ਸਾਡੀ ਵਿਆਕਰਨ ਤਿਆਰ ਹੁੰਦੀ ਹੈ। ਇਸ ਲਈ ਅਰਥ-ਬੋਧ ਵੀ ਵਿਆਕਰਨ ਦਾ ਬਹੁਤ ਹੀ ਜ਼ਰੂਰੀ ਅੰਗ ਹੈ। ਲਾਸਟ ਦੇ ਵਿੱਚ ਹੈ ਤੁਹਾਡਾ ਵਾਕ ਬੋਧ। ਵਿਆਕਰਨ ਦੇ ਇਸ ਭਾਗ ਦੇ ਵਿੱਚ ਵਾਕ ਰਚਨਾ ਤੇ ਨਿਯਮਾਂ ਬਾਰੇ ਅਤੇ ਵਾਕਾਂ ਬਾਰੇ ਵਿਚਾਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਭਾਸ਼ਾ ਜਾਂ ਬੋਲੀ। ਕਈ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਆ ਸਕਦਾ ਹੈ ਭਾਸ਼ਾ ਜਾਂ ਬੋਲੀ ਕੀ ਹੈ, ਤਾਂ ਆਬਜੈਕਟਿਵ ਟਾਈਪ ਦੇ ਵਿੱਚ ਸ਼ਾਇਦ ਹੀ ਨਾ ਆਵੇ। ਸਬਜੈਕਟਿਵ ਟਾਈਪ ਦੇ ਵਿੱਚ ਜਦੋਂ ਅਸੀਂ ਲਿਖਦੇ ਹਾਂ ਤਾਂ ਪੂਰੀ ਡਿਟੇਲ ਵਿੱਚ ਸਾਨੂੰ ਲਿਖਣਾ ਪੈਂਦਾ। ਭਾਸ਼ਾ ਕੀ ਹੈ? ਦੇਖੋ, ਜਦੋਂ ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਦੇ ਨਾਲ ਸਾਂਝਾ ਕਰਦਾ ਹੈ। ਜਦੋਂ ਅਸੀਂ ਕਿਸੇ ਬੋਲ ਕੇ ਦੂਜੇ ਨਾਲ ਆਪਣੇ ਮਨ ਦਾ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਾਂ ਤਾਂ ਉਹ ਭਾਸ਼ਾ ਜਾਂ ਬੋਲੀ ਹੁੰਦੀ ਹੈ। ਠੀਕ ਹੈ, ਹਰ ਇੱਕ ਮੁਲਕ ਦੀ, ਹਰ ਇੱਕ ਸਟੇਟ ਦੀ ਆਪਣੀ ਆਪਣੀ ਬੋਲੀ ਹੈ। ਸਾਡੀ ਮਾਂ ਬੋਲੀ ਪੰਜਾਬੀ ਹੈ, ਇਸ ਕਰਕੇ ਸਾਨੂੰ ਆਪਣੀ ਮਾਂ ਬੋਲੀ ਦਾ ਆਦਰ ਜ਼ਰੂਰ ਕਰਨਾ ਚਾਹੀਦਾ ਹੈ। ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹੋਵੇ ਜਾਂ ਨਾ ਹੋਵੇ, ਪਰ ਆਪਣੀ ਭਾਸ਼ਾ ਦਾ ਗਿਆਨ ਪੂਰਾ ਹੋਣਾ ਚਾਹੀਦਾ ਹੈ ਅਤੇ ਸਤਿਕਾਰ ਵੀ ਪੂਰਾ ਹੋਣਾ ਚਾਹੀਦਾ। ਮਨੁੱਖ ਮੁੱਢ ਤੋਂ ਹੀ ਆਪਣੇ ਵਿਚਾਰਾਂ ਨਾਲ ਦੂਜਿਆਂ ਨਾਲ ਸਾਂਝੇ ਕਰਦਾ ਆ ਰਿਹਾ ਹੈ। ਭਾਵੇਂ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ ਵੱਖਰੇ ਰਹੇ ਹਨ, ਜਿਵੇਂ ਇਸ਼ਾਰਿਆਂ ਨਾਲ, ਤਸਵੀਰਾਂ ਬਣਾ ਕੇ, ਤਾਂ ਭਾਸ਼ਾ ਦਾ ਅਜੋਕਾ ਰੂਪ ਹੌਲੀ ਹੌਲੀ ਹੋਂਦ ਵਿੱਚ ਆਇਆ ਹੈ। ਪਹਿਲਾਂ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਤਸਵੀਰਾਂ ਬਣਾ ਕੇ ਜਾਂ ਇਸ਼ਾਰਿਆਂ ਦੇ ਨਾਲ ਆਪਣੇ ਜੋ ਭਾਵਨਾਵਾਂ ਦੂਜੇ ਨੂੰ ਦੱਸੀਆਂ ਜਾਂਦੀਆਂ ਸਨ, ਪਰ ਹੁਣ ਭਾਸ਼ਾ ਇਹ ਵਾਲੀ ਜੋ ਸਦੀ ਹੈ, ਤੋਂ ਭਾਸ਼ਾ ਦਾ ਨੌਲੇਜ ਹੋਣ ਕਰਕੇ ਭਾਸ਼ਾ ਇਹ ਇੱਕ ਅਜੋਕਾ ਰੂਪ ਹੈ ਜੋ ਕਿ ਆਪਣੀ ਭਾਵਨਾਵਾਂ ਦੂਜਿਆਂ ਨੂੰ ਦੱਸਣ ਦੀ ਤਰ੍ਹਾਂ। ਠੀਕ ਹੈ, ਉਸ ਤੋਂ ਬਾਅਦ ਭਾਸ਼ਾ ਨੂੰ ਅਸੀਂ ਮੂਲ ਰੂਪ ਦੇ ਵਿੱਚ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਬਹੁਤ ਹੀ ਸਿੰਪਲ, ਆਮ ਬੋਲਚਾਲ ਦੀ ਭਾਸ਼ਾ ਅਤੇ ਸਾਹਿਤਿਕ ਭਾਸ਼ਾ। ਤਾਂ ਆਮ ਬੋਲਚਾਲ ਦੀ ਭਾਸ਼ਾ ਦੀ ਗੱਲ ਕਰਦੇ ਹਾਂ, ਉਹ ਭਾਸ਼ਾ ਜਿਹੜੀ ਅਸੀਂ ਆਮ ਗੱਲਬਾਤ ਕਰਦੇ ਸਮੇਂ ਵਰਤੋਂ ਵਿੱਚ ਲਿਆਉਂਦੇ ਹਾਂ। ਜਿਵੇਂ ਅਸੀਂ ਆਮ ਗੱਲ ਕਰਦੇ ਹਾਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਯਾਰਾਂ ਦੋਸਤਾਂ ਦੇ ਵਿੱਚ, ਉਸ ਭਾਸ਼ਾ ਨੂੰ ਅਸੀਂ ਆਮ ਬੋਲਚਾਲ ਦੀ ਭਾਸ਼ਾ ਕਹਿ ਦਿੰਦੇ ਹਾਂ। ਇਸ ਵਿੱਚ ਅਸੀਂ ਬੋਲਣ ਸਮੇਂ ਵਾਕ ਦੇ ਕਈ ਸ਼ਬਦ ਅਧੂਰੇ ਛੱਡ ਦਿੰਦੇ ਹਾਂ। ਕੁਝ ਚੀਜ਼ਾਂ ਅਸੀਂ ਅਧੂਰੀਆਂ ਛੱਡ ਦਿੰਦੇ ਹਾਂ, ਵਾਕਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰਦੇ, ਸ਼ਬਦਾਂ ਨੂੰ ਸਹੀ ਤਰੀਕੇ ਨਾਲ ਨਹੀਂ ਬੋਲਦੇ। ਫੋਰ ਐਗਜ਼ਾਮਪਲ, ਜਿਵੇਂ ਅਸੀਂ ਲਿਖਦੇ ਹਾਂ, ਜਿਵੇਂ ਅਸੀਂ ਲਿਖਣ ਦੇ ਵਿੱਚ ਹੁੰਦਾ ਹੈ ਇਕੱਲਾ, ਲਿਖਣ ਦੇ ਵਿੱਚ ਇਕੱਲਾ ਹੁੰਦਾ ਹੈ, ਲੇਕਿਨ ਕਈ ਵਾਰੀ ਅਸੀਂ ਇਸ ਨੂੰ ਇਕੱਲਾ ਬੋਲ ਦਿੰਦੇ ਹਾਂ। ਠੀਕ ਹੈ, ਕੁਝ ਖੇਤਰਾਂ ਦੇ ਵਿੱਚ ਬੋਲਿਆ ਜਾਂਦਾ ਹੈ ਇਕੱਲੇ ਨੂੰ ਇਕੱਲਾ ਬੋਲ ਦਿੱਤਾ ਜਾਂਦਾ, ਤਾਂ ਇਹ ਹੁੰਦੀ ਹੈ ਆਮ ਬੋਲਚਾਲ ਦੀ ਭਾਸ਼ਾ। ਲੇਕਿਨ ਇਸ ਦੇ ਉਲਟ ਜੋ ਸਾਹਿਤਿਕ ਜਾਂ ਟਕਸਾਲੀ ਭਾਸ਼ਾ ਹੁੰਦੀ ਹੈ, ਉਹ ਭਾਸ਼ਾ ਹੁੰਦੀ ਹੈ ਜੋ ਬਿਲਕੁਲ ਸੇਮ ਗ੍ਰਾਮਰ, ਵਿਆਕਰਨ ਦੇ ਤੌਰ ਤੇ ਬੋਲਦੇ ਹਾਂ ਅਸੀਂ ਜਾਂ ਲਿਖਦੇ ਹਾਂ। ਅਜਿਹੀ ਭਾਸ਼ਾ ਨੂੰ ਅਸੀਂ ਸਾਹਿਤਿਕ ਜਾਂ ਟਕਸਾਲੀ ਭਾਸ਼ਾ ਕਹਿੰਦੇ ਹਾਂ। ਤਾਂ ਉਮੀਦ ਹੈ ਕਿ ਤੁਹਾਨੂੰ ਆਮ ਬੋਲਚਾਲ ਦੀ ਭਾਸ਼ਾ ਅਤੇ ਸਾਹਿਤਿਕ ਟਕਸਾਲੀ ਭਾਸ਼ਾ ਦੇ ਬਾਰੇ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਲਿਪੀ ਕੀ ਹੁੰਦੀ ਹੈ? ਭਾਸ਼ਾ ਜਾਂ ਬੋਲੀ ਨੂੰ ਲਿਖਤ ਰੂਪ ਦੇ ਵਿੱਚ ਪ੍ਰਗਟ ਕਰਨ ਦੇ ਲਈ ਜਿਹੜੇ ਅੱਖਰਾਂ ਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਅਜਿਹੇ ਚਿੰਨ੍ਹਾਂ ਨੂੰ ਅਸੀਂ ਲਿਪੀ ਕਹਿੰਦੇ ਹਾਂ। ਐਲਫਾਬੈਟੀਕਲ, ਜਿਵੇਂ ਜਿਹੜੇ ਚਿੰਨ੍ਹਾਂ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਭਾਸ਼ਾ ਨੂੰ ਲਿਖਦੇ ਹਾਂ, ਅਜਿਹੀ ਸ਼ਬਦਾਂ ਨੂੰ ਅਸੀਂ ਲਿਪੀ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਅਗਰ ਪੰਜਾਬੀ ਦੀ ਗੱਲ ਕਰੀਏ ਅਸੀਂ, ਊੜਾ, ਐੜਾ, ਈੜੀ, ਇਹ ਹੈ ਲਿਪੀ। ਠੀਕ ਹੈ, ਇੰਗਲਿਸ਼ ਦੇ ਵਿੱਚ ABC, ਕ, ਖ, ਗ, ਹਿੰਦੀ ਦੇ ਵਿੱਚ। ਲਿਪੀ ਦੇ ਬਿਨਾਂ ਤੁਸੀਂ ਕਿਸੇ ਵੀ ਲੈਂਗੁਏਜ ਨਹੀਂ ਕਹਿ ਸਕਦੇ। ਠੀਕ ਹੈ, ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਇੰਪੋਰਟੈਂਟ, ਕਈ ਵਾਰ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ ਕਿ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ। ਪੰਜਾਬੀ ਭਾਸ਼ਾ ਦੀ ਜੋ ਲਿਪੀ ਹੈ ਉਹ ਹੈ ਗੁਰਮੁਖੀ ਲਿਪੀ। ਤੇ ਗੁਰਮੁਖੀ ਲਿਪੀ ਦੇ ਮੋਢੀ ਕੌਣ ਸਨ? ਉਹ ਸਨ ਸ੍ਰੀ ਗੁਰੂ ਅੰਗਦ ਦੇਵ ਜੀ। ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਪੰਜਾਬੀ ਭਾਸ਼ਾ ਦੇ ਗੁਰਮੁਖੀ ਲਿਪੀ ਦੇ ਮੋਢੀ ਸਨ। ਇਹ ਭਾਸ਼ਾ ਦੀ ਢੁਕਵੀਂ ਲਿਪੀ ਹੈ। ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਲਿਪੀ ਹੈ। ਇਹ ਵੀ ਕੁਐਸਚਨ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਐਗਜ਼ਾਮ ਦੇ ਵਿੱਚ ਇਸ ਦੇ ਬਾਰੇ ਕੁਐਸਚਨ ਪੁੱਛੇ ਜਾਂਦੇ ਹਨ। ਕਈ ਵਾਰ ਇਹ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ, ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ। ਉਸ ਤੋਂ ਬਾਅਦ ਵਰਨਮਾਲਾ। ਵਰਨਮਾਲਾ ਦੀ ਗੱਲ ਕਰਦੇ ਹਾਂ। ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਠੀਕ ਹੈ, ਜਦੋਂ ਅਸੀਂ ਤਰਤੀਬ ਦੇ ਵਿੱਚ ਅੱਖਰ ਰੱਖਦੇ ਹਾਂ, ਊੜਾ, ਐੜਾ, ਈੜੀ, ਸੱਸਾ, ਹਾਹਾ, ਅਜਿਹੇ ਅੱਖਰਾਂ ਨੂੰ ਅਸੀਂ ਵਰਨਮਾਲਾ ਕਹਿੰਦੇ ਹਾਂ। ਪੰਜਾਬੀ ਭਾਸ਼ਾ ਦੇ ਵਿੱਚ 35 ਅੱਖਰ ਹਨ
35 ਅੱਖਰੀ, ਇਸੇ ਕਰਕੇ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ। ਅਰਬੀ ਅਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਦੇ ਲਈ 5 ਅੱਖਰ ਸਨ। ਸੱਸਾ, ਗੱਗਾ, ਇਹਨਾਂ ਦੇ ਗੱਗਾ, ਜੱਜਾ, ਫੱਫਾ, ਇਹਨਾਂ ਦੇ ਪੈਰਾਂ ਤੇ ਬਿੰਦੀ ਦੀ ਵਰਤੋਂ ਕੀਤੀ ਗਈ ਸੀ। ਇਸ ਲਈ ਅੱਖਰ ਦੀ ਗਿਣਤੀ ਟੋਟਲ ਹੋ ਗਈ 40। ਕੁਝ ਸਮੇਂ ਪਹਿਲਾਂ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ। ਲੱਲਾ ਅੱਖਰ ਦੇ ਪੈਰ ਦੇ ਵਿੱਚ ਇੱਕ ਬਿੰਦੀ ਲਾ ਕੇ ਲੱਲੇ ਵਾਲੀ ਬਿੰਦੀ ਅੱਖਰ ਬਣ ਗਿਆ। ਇਹ ਤਾਲਵੀ ਧੁਨੀ ਨੂੰ ਪ੍ਰਗਟ ਕਰਦਾ ਹੈ। ਇਸ ਤਰ੍ਹਾਂ ਪੰਜਾਬੀ ਵਰਣਮਾਲਾ ਦੀ ਗਿਣਤੀ 41 ਹੋ ਗਈ। ਹੁਣ ਪੰਜਾਬੀ 41 ਜੋ ਹੈ ਪੰਜਾਬੀ ਵਰਣਮਾਲਾ ਦੇ ਅੱਖਰ ਹਨ 41। ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਸਵਰ। ਸਵਰ ਕੀ ਹੁੰਦੇ ਹਨ? ਸਵਰ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਵੀ ਰੁਕਾਵਟ ਨਾ ਪਾਵੇ। ਆਵਾਜ਼ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ। ਜਿਵੇਂ ਊੜਾ, ਐੜਾ, ਈੜੀ 3 ਸਵਰ ਹਨ। ਜਿਵੇਂ ਇੰਗਲਿਸ਼ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਵੋਵਲ। ਠੀਕ ਹੈ। AEIOU 5 ਵੋਵਲ ਹੁੰਦੇ ਹਨ ਇੰਗਲਿਸ਼ ਭਾਸ਼ਾ ਦੇ ਵਿੱਚ। ਪੰਜਾਬੀ ਭਾਸ਼ਾ ਦੇ ਵਿੱਚ 3 ਹੁੰਦੇ ਹਨ, ਊੜਾ, ਐੜਾ ਅਤੇ ਈੜੀ। ਇਹ ਤੁਸੀਂ ਯਾਦ ਰੱਖਣੇ ਹਨ। ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆ ਸਕਦਾ ਹੈ ਕਿ ਸਵਰ ਪੰਜਾਬੀ ਭਾਸ਼ਾ ਦੇ ਵਿੱਚ ਸਵਰ ਕਿੰਨੇ ਹੁੰਦੇ ਹਨ। ਤੁਸੀਂ ਸਿੱਧਾ ਹੀ ਟਿਕ ਕਰ ਦੇਣਾ ਹੈ 3। ਉਸ ਤੋਂ ਬਾਅਦ ਵਿਅੰਜਨ। ਵਿਅੰਜਨ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜੀ ਜਿਹੀ, ਦੇਖੋ ਸਵਰ ਨੂੰ ਛੱਡ ਕੇ ਬਾਕੀ ਜਿੰਨੇ ਵੀ ਵਰਣਮਾਲਾ ਵਿੱਚ ਸ਼ਬਦ ਬਾਕੀ ਬਚਦੇ ਹਨ ਉਹਨਾਂ ਨੂੰ ਅਸੀਂ ਵਿਅੰਜਨ ਕਹਿ ਦਿੰਦੇ ਹਾਂ। ਸਿੰਪਲ ਜਿਹੀ ਗੱਲ ਹੈ। ਤਾਂ ਪੰਜਾਬੀ ਭਾਸ਼ਾ ਦੇ ਵਿੱਚ 38 ਵਿਅੰਜਨ ਹਨ ਪਲੱਸ 3 ਸਵਰ 41 ਟੋਟਲ। ਉਸ ਤੋਂ ਬਾਅਦ ਅਨੁਨਾਸਿਕ ਵਿਅੰਜਨ। ਅਨੁਨਾਸਿਕੀ ਵਿਅੰਜਨ। ਅਨੁਨਾਸਿਕੀ ਵਿਅੰਜਨ ਕਿਹੜੇ ਹੁੰਦੇ ਹਨ? ਅਜਿਹੇ ਸ਼ਬਦ, ਅਜਿਹੇ ਵਿਅੰਜਨ ਜਿਨ੍ਹਾਂ ਨੂੰ ਵਰਤਦੇ ਸਮੇਂ ਸਾਡੇ ਨੱਕ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਅਜਿਹੇ ਵਿਅੰਜਨਾਂ ਨੂੰ ਅਸੀਂ ਅਨੁਨਾਸਿਕੀ ਵਿਅੰਜਨ ਕਹਿੰਦੇ ਹਾਂ। ਗਾਇਜ਼ ਇਹ ਬਹੁਤ ਹੀ ਇੰਪੋਰਟੈਂਟ ਹੈ। ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਵੀ ਗਿਆ ਹੈ ਅਨੁਨਾਸਿਕੀ ਵਿਅੰਜਨ ਕੀ ਹੁੰਦੇ ਹਨ। ਜਿਵੇਂ ੰਗਾ, ঞ, ਨਾਣਾ, ਨੰਨਾ ਤੇ ਮੰਮਾ। ਜਿਸ ਅੱਖਰ ਨੂੰ ਬੋਲਣ ਦੇ ਲਈ ਸਾਡੇ ਨੱਕ ਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਅਜਿਹੇ ਸ਼ਬਦਾਂ ਨੂੰ, ਅਜਿਹੇ ਅੱਖਰਾਂ ਨੂੰ, ਅਜਿਹੇ ਵਿਅੰਜਨਾਂ ਨੂੰ ਅਸੀਂ ਅਨੁਨਾਸਿਕੀ ਵਿਅੰਜਨ ਕਹਿ ਦਿੰਦੇ ਹਾਂ। ਕਿੰਨੇ ਹਨ ਟੋਟਲ? 5। ਇਹ ਤੁਸੀਂ ਨੋਟ ਕਰਨਾ ਹੈ। ਉਸ ਤੋਂ ਬਾਅਦ ਹੈ ਤੁਹਾਡਾ ਦੁੱਤ ਅੱਖਰ। ਉਹ ਅੱਖਰ ਜਿਹੜਾ 2 ਅੱਖਰਾਂ ਦੇ ਮੇਲ ਤੋਂ ਬਣਦਾ ਹੈ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ। ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਹਨ। ਦੁੱਤ ਅੱਖਰ ਜਿਵੇਂ ਕੁਝ ਅੱਖਰ ਅਸੀਂ ਦੇਖੇ ਹਨ ਜੋ ਪੈਰ ਦੇ ਵਿੱਚ ਜਦੋਂ ਅਸੀਂ ਪ੍ਰਸ਼ਨ ਲਿਖਦੇ ਹਾਂ, ਪੱਪਾ, ਪੱਪੇ ਦੇ ਪੈਰਾਂ ਦੇ ਵਿੱਚ ਰਾਰਾ, ਤਾਂ ਪ੍ਰਸ਼ਨ ਲਿਖਦੇ ਹਾਂ, ਇਹ ਹੁੰਦੇ ਹੈ ਦੁੱਤ ਅੱਖਰ। ਠੀਕ ਹੈ। ਜਿਵੇਂ ਥੱਲੇ ਐਗਜ਼ਾਮਪਲ ਦਿੱਤੀਆਂ ਹੋਈਆਂ ਹਨ ਪ੍ਰਗਟ, ਪ੍ਰਸ਼ਨ, ਪ੍ਰਾਰਥਨਾ, ਪ੍ਰੋਫੈਸਰ ਆਦਿ ਸਵਰ। ਠੀਕ ਹੈ। ਇਹ ਅੱਖਰ ਹੁੰਦੇ ਹਨ ਦੁੱਤ ਅੱਖਰ। ਇੱਕ ਅੱਖਰ ਦੇ ਪੈਰਾਂ ਦੇ ਵਿੱਚ ਜਿਸ ਅੱਖਰ ਨੂੰ ਅਸੀਂ ਲਿਖਦੇ ਹਾਂ ਅਜਿਹੇ ਅੱਖਰਾਂ ਨੂੰ ਕਿਹਾ ਜਾਂਦਾ ਹੈ ਦੁੱਤ ਅੱਖਰ। ਤਾਂ ਗਾਇਜ਼ ਇਹ ਵੀ ਤੁਸੀਂ ਯਾਦ ਰੱਖਣਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਲਗਾਂ। ਲਗਾਂ ਕੀ ਹੁੰਦੀਆਂ ਹਨ? ਤਾਂ ਲਗਾਂ ਜੋ ਅੱਖਰ ਦੇ ਨਾਲ ਜੋ ਸਵਰ ਧੁਨੀਆਂ ਨੂੰ ਅੰਕਿਤ ਕਰਨ ਵੇਲੇ ਜੋ ਲਿਪੀ ਚਿੰਨ੍ਹ ਹਨ, ਪੰਜਾਬੀ ਧੁਨੀਆਂ ਨੂੰ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਦੇ ਲਈ ਗੁਰਮੁਖੀ ਅੱਖਰਾਂ ਦੇ ਨਾਲ ਕੁਝ ਲਗਾਂ ਲੱਗਦੀਆਂ ਹਨ। ਠੀਕ ਹੈ। ਅੱਖਰਾਂ ਤੋਂ ਬਿਨਾਂ ਲਗਾਂ ਦਾ ਕੋਈ ਮਤਲਬ ਨਹੀਂ ਆ। ਲਗਾਂ ਬਹੁਤ ਹੀ ਜ਼ਰੂਰੀ ਹਨ। ਗੁਰਮੁਖੀ ਲਿਪੀ ਦੀਆਂ ਲਗਾਂ ਤੁਹਾਨੂੰ ਜਲਦੀ ਦੱਸ ਦਿੰਦਾ। ਮੁਕਤਾ। ਸਭ ਤੋਂ ਪਹਿਲਾਂ ਮੁਕਤਾ ਦੀ ਗੱਲ ਕਰਦੇ ਹਾਂ। ਮੁਕਤਾ ਕੀ ਹੁੰਦਾ ਹੈ? ਮੁਕਤਾ ਉਹ ਸ਼ਬਦ ਹੁੰਦੇ ਹਨ ਜਿਸ ਦੇ ਨਾਲ ਕੋਈ ਵੀ ਚਿੰਨ੍ਹ ਨਹੀਂ ਹੁੰਦਾ। ਫੋਰ ਐਗਜ਼ਾਮਪਲ ਜਿਵੇਂ ਸ਼ਰਦ, ਸਰਦ, ਸਬਰ, ਸਤਰ, ਇਹ ਮੁਕਤਾ ਹਨ। ਇਹ ਕੁਐਸਚਨ ਆ ਚੁੱਕਿਆ ਹੈ। ਪੰਜਾਬ ਸਬੋਰਡਿੰਗ ਸਰਵਿਸ ਸਿਲੈਕਸ਼ਨ ਬੋਰਡ ਦਾ ਐਗਜ਼ਾਮ ਹੋਇਆ ਸੀ, ਉਸ ਦੇ ਵਿੱਚ ਇਹ ਕੁਐਸਚਨ ਆਇਆ ਸੀ ਕਿ ਮੁਕਤਾ ਸ਼ਬਦ ਕਿਹੜੇ ਹੁੰਦੇ ਹਨ। ਥੱਲੇ 4 ਆਪਸ਼ਨ ਦਿੱਤੇ ਗਏ ਸਨ। ਜਿਸ ਸ਼ਬਦ ਦੇ ਨਾਲ ਕੋਈ ਵੀ ਚਿੰਨ੍ਹ ਨਹੀਂ ਹੁੰਦਾ ਉਹ ਮੁਕਤਾ ਸ਼ਬਦ ਹੁੰਦਾ। ਉਸ ਤੋਂ ਬਾਅਦ ਕੰਨਾ। ਕੰਨੇ ਬਾਰੇ ਤੁਹਾਨੂੰ ਪਤਾ, ਸਿਹਾਰੀ, ਉਸ ਤੋਂ ਬਾਅਦ ਬਿਹਾਰੀ, ਔਂਕੜ, ਦਲੋਂਕੜ, ਲਾਂ, ਦੁਲਾਵਾਂ, ਹੋੜਾ, ਕਨੋੜਾ, ਇਹਨਾਂ ਸਾਰਿਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਆਲਰੇਡੀ ਹੈਗੀ ਹੈ। ਤਾਂ ਮੁਕਤਾ ਬਾਰੇ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਜਿਸ ਦੇ ਵਿੱਚ ਕੋਈ ਵੀ ਚਿੰਨ੍ਹ ਨਹੀਂ ਹੁੰਦਾ ਉਹ ਮੁਕਤਾ ਹੁੰਦੇ ਹਨ। ਕੰਨਾ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ, ਇਹਨਾਂ ਦੇ ਬਾਰੇ ਸਾਇੰਸ ਤੁਹਾਨੂੰ ਨਹੀਂ ਦੱਸਣਾ ਚਾਹੀਦਾ। ਉਸ ਤੋਂ ਬਾਅਦ ਵੀਡੀਓ ਤੁਹਾਡੀ ਸਮਾਪਤ ਹੋ ਚੁੱਕੀ ਹੈ।
ਇਹ ਪਾਰਟ 1 ਸੀ। ਵੀਡੀਓ ਜ਼ਿਆਦਾ ਲੈਂਥੀ ਨਾ ਹੋ ਸਕੇ ਇਸ ਲਈ ਮੈਂ ਘੱਟ ਮਟੀਰੀਅਲ ਯੂਜ਼ ਕੀਤਾ ਇਸ ਵੀਡੀਓ ਦੇ ਵਿੱਚ। ਅਗਰ ਤੁਹਾਨੂੰ ਪਹਿਲੀ ਵੀਡੀਓ ਅੱਛੀ ਲੱਗੀ ਤਾਂ ਗਾਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਕਮੈਂਟ ਕਰਕੇ ਜ਼ਰੂਰ ਦੱਸੋ। ਫੋਰ ਫਰਦਰ ਇਨਕੁਆਇਰੀ ਤੁਸੀਂ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰ ਸਕਦੇ ਹੋ, harry_kashyap8 ਮੇਰੀ ਇੰਸਟਾਗ੍ਰਾਮ ਆਈਡੀ ਹੈ ਪਰਸਨਲ। ਤੁਸੀਂ ਕੋਈ ਵੀ ਕੁਐਸਚਨ, ਕੋਈ ਵੀ ਕੁਆਇਰੀ ਉੱਥੇ ਜਾ ਕੇ ਮੈਨੂੰ ਪੁੱਛ ਸਕਦੇ ਹੋ। ਇਸ ਪੀਡੀਐਫ ਦਾ ਲਿੰਕ ਵੀ ਤੁਹਾਨੂੰ ਦੇ ਦਿੱਤਾ ਜਾਵੇਗਾ ਜੋ ਕਿ ਚੈਨਲ ਦੇ ਸਭ ਤੋਂ ਕਮੈਂਟ ਬਾਕਸ ਦੇ ਸਭ ਤੋਂ ਉੱਪਰ ਤੁਹਾਨੂੰ ਮਿਲ ਜਾਵੇਗਾ। ਓਕੇ ਗਾਇਸ, ਤੁਸੀਂ ਮੈਨੂੰ ਆਪਣਾ ਸਮਾਂ ਦਿੱਤਾ ਇਸ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।